हाँ जी, सत श्री अकाल, नमस्कार। ਅੱਜ ਆਪਣਾ ਸਬਜੈਕਟ ਸੀਆਰਪੀਸੀ ਦੇ ਵਿੱਚ ਟੌਪਿਕ ਹੈ ਜੁਡੀਸ਼ੀਅਲ ਪ੍ਰੋਸੀਡਿੰਗ, ਕਨਸੈਪਟ ਆਫ ਜੁਡੀਸ਼ੀਅਲ ਪ੍ਰੋਸੀਡਿੰਗ। ਹੁਣ ਇਸ ਟੌਪਿਕ ਦੇ ਵਿੱਚ ਆਪਾਂ ਕੀ ਕਵਰ ਕਰਨ ਜਾ ਰਹੇ ਹਾਂ, ਪਹਿਲਾਂ ਹੀ ਦੇਖ ਲੈਂਦੇ ਹਨ। ਜੁਡੀਸ਼ੀਅਲ ਪ੍ਰੋਸੀਡਿੰਗ ਦਾ ਮੀਨਿੰਗ ਕੀ ਹੈ ਕਿ ਜੁਡੀਸ਼ੀਅਲ ਪ੍ਰੋਸੀਡਿੰਗਸ ਔਰ ਪ੍ਰੋਸੀਡਿੰਗ ਇਨ ਕੋਰਟ ਦਾ ਕਨਸੈਪਚੁਅਲੀ ਕੀ ਮਤਲਬ ਹੈ ਔਰ ਕੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੈ। ਫਿਰ ਜੁਡੀਸ਼ੀਅਲ ਪ੍ਰੋਸੀਡਿੰਗਸ ਕੀ ਸਿਰਫ ਕ੍ਰਿਮੀਨਲ ਕੋਰਟ ਦੇ ਵਿੱਚ ਹੀ ਕੰਡਕਟ ਹੁੰਦੀ ਹੈ ਜਾਂ ਸਿਵਲ ਕੋਰਟ ਦੇ ਵਿੱਚ ਵੀ ਕੰਡਕਟ ਹੋ ਸਕਦੀ ਹੈ। ਕਿਵੇਂ ਅਸਰਟਨ ਕੀਤਾ ਜਾਵੇ, ਕਿਹੜਾ ਟੈਸਟ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਦ ਪ੍ਰੋਸੀਡਿੰਗਸ ਆਰ ਜੁਡੀਸ਼ੀਅਲ ਔਰ ਨਾਟ। ਕਿ ਪੁਲਿਸ ਵੀ ਜੁਡੀਸ਼ੀਅਲ ਪ੍ਰੋਸੀਡਿੰਗ ਕੰਡਕਟ ਕਰ ਸਕਦੀ ਹੈ। ਜੁਡੀਸ਼ੀਅਲ ਪ੍ਰੋਸੀਡਿੰਗਸ ਦਾ ਇੰਡੀਅਨ ਐਵੀਡੈਂਸ ਐਕਟ, ਸੀਆਰਪੀਸੀ ਔਰ ਆਈਪੀਸੀ ਦੇ ਨਾਲ ਕੀ ਇੰਟਰ ਕਨੈਕਸ਼ਨ ਹੈ, ਕੀ ਰਿਲੇਸ਼ਨਸ਼ਿਪ ਹੈ। ਇਹਦੇ ਨਾਲ ਹੀ ਹੋਰ ਬਹੁਤ ਸਾਰੇ ਇਦਾਂ ਦੇ ਲੀਗਲ ਔਰ ਟੈਕਨੀਕਲ ਇਸ਼ੂਜ਼ ਨੂੰ ਆਪਾਂ ਇਸ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਇਹਨੂੰ ਅੱਗੇ ਵਧਾਉਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮੀਨਿੰਗ ਜੁਡੀਸ਼ੀਅਲ ਪ੍ਰੋਸੀਡਿੰਗ ਦਾ। ਜੁਡੀਸ਼ੀਅਲ ਪ੍ਰੋਸੀਡਿੰਗਸ ਯਾਨੀ ਨਿਆਇਕ ਕਾਰਵਾਈ, ਠੀਕ ਹੈ ਜੀ। ਹੁਣ ਜੁਡੀਸ਼ੀਅਲ ਪ੍ਰੋਸੀਡਿੰਗਸ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਆਪਾਂ ਨੂੰ ਮਿਲਦੀ ਹੈ 2I ਦੇ ਵਿੱਚ। ਦਿਸ ਇਜ਼ ਵੈਰੀ ਇੰਪੋਰਟੈਂਟ। 2I ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗ ਦੀ ਡੈਫੀਨੇਸ਼ਨ ਹੈ ਔਰ ਜੁਡੀਸ਼ੀਅਲ ਪ੍ਰੋਸੀਡਿੰਗਸ ਦੀ ਜਿਹੜੀ ਡੈਫੀਨੇਸ਼ਨ ਹੈ ਟੈਕਨੀਕਲੀ ਇਹ ਇਨਕਲੂਸਿਵ ਡੈਫੀਨੇਸ਼ਨ ਹੈ। ਦਿਸ ਇਜ਼ ਨਾਟ ਐਗਜ਼ੌਸਟਿਵ ਡੈਫੀਨੇਸ਼ਨ, ਦਿਸ ਇਜ਼ ਇਨਕਲੂਸਿਵ ਡੈਫੀਨੇਸ਼ਨ। ਅਸਲ ਦੇ ਵਿੱਚ ਇਸ ਡੈਫੀਨੇਸ਼ਨ ਦੇ ਵਿੱਚ ਇੱਕ ਟੈਸਟ ਦੱਸਿਆ ਹੋਇਆ ਹੈ ਜਿਹਨੂੰ ਅਪਲਾਈ ਕਰਕੇ ਆਪਾਂ ਨੂੰ ਪਤਾ ਲੱਗੇਗਾ ਕਿ ਕੋਈ ਵੀ ਜਿਹੜੀ ਪ੍ਰੋਸੀਡਿੰਗਸ ਹੈ ਉਹਨਾਂ ਨੂੰ ਜੁਡੀਸ਼ੀਅਲ ਪ੍ਰੋਸੀਡਿੰਗ ਮੰਨਿਆ ਜਾ ਸਕਦਾ ਹੈ ਜਾਂ ਨਹੀਂ ਮੰਨਿਆ ਜਾ ਸਕਦਾ। ਸੋ ਪਹਿਲਾਂ ਤਾਂ ਜੁਡੀਸ਼ੀਅਲ ਪ੍ਰੋਸੀਡਿੰਗ ਦਾ ਮਤਲਬ ਕੀ ਹੈ। ਦੇਖੋ, ਜੁਡੀਸ਼ੀਅਲ ਪ੍ਰੋਸੀਡਿੰਗ ਦਾ ਮਤਲਬ all those proceedings in the course of which evidence is or may be legally taken on oath, which means कि ਉਹ ਸਾਰੀ ਦੀ ਸਾਰੀ ਕਾਰਵਾਈਆਂ ਜਿਹਦੇ ਦੌਰਾਨ ਐਵੀਡੈਂਸ ਜਿਹਨੂੰ ਆਪਾਂ ਸ਼ਹਾਦਤ ਵੀ ਬੋਲਦੇ ਹਾਂ, ਜਿਹਦੇ ਦੌਰਾਨ ਐਵੀਡੈਂਸ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ ਔਰ ਨਾ ਸਿਰਫ ਰਿਕਾਰਡ ਕੀਤਾ ਜਾ ਸਕਦਾ ਹੈ ਬਲਕਿ ਔਨ ਓਥ ਉਹਨੂੰ ਰਿਕਾਰਡ ਕਰਨ ਦੀ ਪਾਵਰ ਹੈ। ਦੇਖੋ, ਇੱਥੇ ਦੋ ਚੀਜ਼ਾਂ ਕਲੀਅਰ ਹੁੰਦੀਆਂ। ਪਹਿਲੀ ਚੀਜ਼ ਤਾਂ ਇਹ ਹੈ ਕਿ ਰਿਕਾਰਡਿੰਗ ਆਫ ਐਵੀਡੈਂਸ, ਪਾਵਰ ਟੂ ਰਿਕਾਰਡ ਐਵੀਡੈਂਸ ਬਹੁਤ ਜ਼ਰੂਰੀ ਹੈ। ਉਹ ਕੋਈ ਵੀ ਇਦਾਂ ਦੀ ਅਥਾਰਟੀ ਜਿਹਦੇ ਕੋਲ ਐਵੀਡੈਂਸ ਰਿਕਾਰਡ ਕਰਨ ਦੀ ਪਾਵਰ ਹੈ, ਸਿਰਫ ਉਹੀ ਅਥਾਰਟੀ ਦੀ ਪ੍ਰੋਸੀਡਿੰਗਸ ਨੂੰ ਆਪਾਂ ਜੁਡੀਸ਼ੀਅਲ ਪ੍ਰੋਸੀਡਿੰਗਸ ਕੰਸੀਡਰ ਕਰ ਸਕਦੇ ਹਾਂ। ਦੂਸਰੀ ਚੀਜ਼, ਸਿਰਫ ਐਵੀਡੈਂਸ ਰਿਕਾਰਡ ਕਰਨਾ ਨਹੀਂ, ਐਵੀਡੈਂਸ ਨੂੰ ਓਥ ਤੇ ਰਿਕਾਰਡ ਕਰਨ ਦੀ ਪਾਵਰ ਹੋਣਾ ਜ਼ਰੂਰੀ ਹੈ। ਹਾਂ, ਉਸ ਪਾਵਰ ਨੂੰ ਐਕਸਰਸਾਈਜ਼ ਕੀਤਾ ਜਾਏ ਜਾਂ ਨਾ ਕੀਤਾ ਜਾਏ, ਦੈਟ ਇਜ਼ ਅ ਡਿਫਰੈਂਟ ਕਨਸੈਪਟ। ਕਿ ਉਸ ਕੋਰਟ ਕੋਲ ਜਾਂ ਉਸ ਅਥਾਰਟੀ ਦੇ ਕੋਲ ਐਵੀਡੈਂਸ ਰਿਕਾਰਡ ਕਰਨ ਦੀ ਪਾਵਰ ਹੈ। ਹਾਂ, ਹੁਣ ਉਹ ਐਵੀਡੈਂਸ ਨੂੰ ਓਥ ਤੇ ਰਿਕਾਰਡ ਵੀ ਕਰਨ ਦੀ ਪਾਵਰ ਰੱਖਦੀ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਐਵੀਡੈਂਸ ਨੂੰ ਓਥ ਤੇ ਹੀ ਰਿਕਾਰਡ ਕੀਤਾ ਜਾਵੇ। ਸੋ ਜਿਹੜੀ ਚੀਜ਼ ਆਪਾਂ ਧਿਆਨ ਰੱਖਣੀ ਹੈ ਉਹ ਇਹ ਹੈ ਕਿ ਐਵੀਡੈਂਸ ਨੂੰ ਰਿਕਾਰਡ ਕਰਨ ਦੀ ਪਾਵਰ ਔਰ ਐਵੀਡੈਂਸ ਨੂੰ ਓਥ ਤੇ ਰਿਕਾਰਡ ਕਰਨ ਦੀ ਪਾਵਰ, ਇਹ ਕ੍ਰੂਸ਼ਲ ਹੈ। ਉਸ ਪਾਵਰ ਨੂੰ ਐਕਸਰਸਾਈਜ਼ ਕੀਤਾ ਜਾਏ ਜਾਂ ਨਾ ਐਕਸਰਸਾਈਜ਼ ਕੀਤਾ ਜਾਵੇ, ਦੈਟ ਇਜ਼ ਅ ਡਿਫਰੈਂਟ ਕਨਸੈਪਟ। ਹੁਣ ਜੁਡੀਸ਼ੀਅਲ ਪ੍ਰੋਸੀਡਿੰਗਸ ਨੂੰ ਇੱਕ ਬੜੇ ਹੀ ਸਿੰਪਲ ਔਰ ਇਲਸਟ੍ਰੇਟਿਵ ਮੈਨਰ ਦੇ ਵਿੱਚ ਤੁਹਾਨੂੰ ਸਮਝਾਉਣ ਦੇ ਲਈ, ਦੇਖੋ ਆਪਾਂ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ ਕਿ ਜੇ ਆਪਾਂ ਨੂੰ ਪੁੱਛਿਆ ਜਾਵੇ ਇਨਵੈਸਟੀਗੇਸ਼ਨ, ਇਨਵੈਸਟੀਗੇਸ਼ਨ ਕੌਣ ਕਰਦਾ ਹੈ? ਇਨਵੈਸਟੀਗੇਸ਼ਨ ਇਜ਼ ਕੰਡਕਟਡ ਬਾय ਪੁਲਿਸ। ਇਨਵੈਸਟੀਗੇਸ਼ਨ ਕਿੱਥੇ ਡਿਫਾਈਨਡ ਹੈ? ਇਨਵੈਸਟੀਗੇਸ਼ਨ ਇਜ਼ ਡਿਫਾਈਨਡ ਅੰਡਰ ਸੈਕਸ਼ਨ 2H। ਕਿ ਇਨਵੈਸਟੀਗੇਸ਼ਨ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ। ਹੁਣ ਇਨਵੈਸਟੀਗੇਸ਼ਨ ਜੁਡੀਸ਼ੀਅਲ ਪ੍ਰੋਸੀਡਿੰਗਸ ਨਹੀਂ ਹੈ, ਉਹ ਐਗਜ਼ੀਕਿਊਟਿਵ ਪ੍ਰੋਸੀਡਿੰਗਸ ਹੈ। ਦੋ ਆਪਾਂ ਨੂੰ ਇਹ ਪਤਾ ਹੈ ਕਿ ਇਨਵੈਸਟੀਗੇਸ਼ਨ ਦਾ ਪਰਪਸ ਕੀ ਹੈ। ਇਨਵੈਸਟੀਗੇਸ਼ਨ ਦਾ ਪਰਪਸ ਹੈ ਕਲੈਕਸ਼ਨ ਆਫ ਐਵੀਡੈਂਸ, ਕਲੈਕਸ਼ਨ ਆਫ ਐਵੀਡੈਂਸ। ਸੋ ਟੈਕਨੀਕਲੀ ਅਗਰ ਆਪਾਂ ਦੇਖੀਏ ਕਿ ਕਲੈਕਸ਼ਨ ਆਫ ਐਵੀਡੈਂਸ ਇਜ਼ ਵਨ ਥਿੰਗ ਐਂਡ ਰਿਕਾਰਡਿੰਗ ਆਫ ਐਵੀਡੈਂਸ ਟੂ ਰਿਕਾਰਡ ਦ ਐਵੀਡੈਂਸ ਇਜ਼ ਅਨਦਰ ਥਿੰਗ। ਐਵੀਡੈਂਸ ਨੂੰ ਕਲੈਕਟ ਕਰਨ ਦੀ ਪਾਵਰ ਹੈ ਪੁਲਿਸ ਦੀ ਔਰ ਉਸ ਪਾਵਰ ਨੂੰ ਐਕਸਰਸਾਈਜ਼ ਕਰਦੇ ਹੋਏ ਜਿਹੜੀ ਵੀ ਪ੍ਰੋਸੀਡਿੰਗਸ ਕੰਡਕਟ ਹੋ ਰਹੀ ਹੈ, that is known as investigation, which is technically an executive proceedings, because
it is in the execution, it is in the enforcement of the law. So investigation is executive proceedings, investigation is not a judicial proceeding, though the purpose of investigation is the collection of evidence. So पहली चीज। हुन दूसरी इंक्वायरी। इंक्वायरी कौन करता है? इंक्वायरी कोर्ट या मैजिस्ट्रेट एज। ਹੁਣ ਇਨਕੁਆਇਰੀ ਕੰਡਕਟ ਕਰਨ ਦਾ ਪਰਪਸ ਕੀ ਹੈ? ਇਨਕੁਆਇਰੀ ਕੰਡਕਟ ਕਰਨ ਦਾ ਪ੍ਰਾਇਮਰੀਲੀ ਪਰਪਸ ਹੁੰਦਾ ਹੈ ਇਹ ਸਰਟਨ ਕੀਤਾ ਜਾਵੇ ਕਿ ਵੈਦਰ ਐਨੀ ਫੈਕਟ ਇਜ਼ ਟਰੂ ਔਰ ਫਾਲਸ, ਟੂ ਅਸਰਟਨ ਦੀ truthfulness or falsity of any fact. ठीक है जी। सो इंक्वायरी कंडक्ट करने का पर्पस टू असर्टन द ट्रूथफुलनेस और falsity of any fact, बट उस फैक्ट नू असर्टन करन दे लई कोर्ट एविडेंस नू रिकॉर्ड भी कर सकती है। ठीक है जी। सो कहने का मतलब अगर किसी भी फैक्ट नू असर्टन करना होवे, फॉर एग्जांपल जिवें आपां पहला एक एग्जांपल डिस्कस कीती सी, whether the accused is जुवेनाइल और नॉट, दिस इज द क्वेश्चन कि एक्यूज जुवेनाइल है या नहीं है। हुन उस एज नू कि वो जुवेनाइल है या नहीं प्रूव करन दे लई बहुत सारे एविडेंस बाय दी बोथ पार्टीज आणगे और कोर्ट उन एविडेंस नू रिकॉर्ड करेगी। दैट मीन्स एट दिस स्टेज कोर्ट हैज पावर टू रिकॉर्ड एविडेंस, एंड अगर कोर्ट दी पावर है एविडेंस नू रिकॉर्ड करन दी, दैट मीन्स कि वो इंक्वायरी भी जुडिशियल प्रोसीडिंग्स है। ठीक है जी। फिर आप चलते हैं ट्रायल ते। ट्रायल इज आल्सो जुडिशियल प्रोसीडिंग, क्योंकि ट्रायल दा ऑब्जेक्टिव की है? ट्रायल दा ऑब्जेक्टिव है ये सर्टन करना whether the accused is guilty or innocent, और इस चीज नू किवें सर्टन किया जाता है? on the basis of evidence. It means इत्थे भी पार्टीज एविडेंस टेंडर करूंगियां और कोर्ट को पावर है कि उन्हें एविडेंसिस नू रिकॉर्ड करे, उन्हें एविडेंसिस नू रिकॉर्ड करके ही इस कंक्लूजन ते आप आ सकते हाँ whether the accused is guilty or innocent. Therefore ਆਪਾਂ ਨੂੰ ਇੱਥੋਂ ਵੀ ਪਤਾ ਚੱਲਦਾ ਹੈ कि trial is also a judicial proceeding. Conducting of trial is also a judicial proceeding. So इथों ਆਪਾਂ ਨੂੰ ਇਸ ਚੀਜ਼ ਦੇ ਬਾਰੇ ਕਲੀਅਰ ਹੋ ਜਾਂਦਾ ਹੈ कि inquiry and trial they both are the judicial proceedings. Next, ਹੁਣ judicial proceedings ਦੇ एग्जांपल देखो। judicial proceedings ਜ਼ਰੂਰੀ ਨਹੀਂ ਹੈ कि ਉਹ ਇੱਕ ਕੋਰਟ ਦੇ ਵਿੱਚ ਇੱਕ ਕੇਸ ਦੇ ਦੌਰਾਨ ਜਾਂ ਇੱਕ ਕੇਸ ਦੇ ਕਨੈਕਸ਼ਨ ਦੇ ਵਿੱਚ ਕੰਡਕਟ ਹੋਣ, which means कि अगर कोर्ट ਦੇ ਕੋਲ ਉਸ ਕੇਸ ਦੇ ਸੰਬੰਧ ਦੇ ਵਿੱਚ अगर उस केस के रिलेशन के जुरिसडिक्शन नहीं भी है, even the court is not seized of that matter, but उस केस के रिलेशन के अगर कोर्ट कोई भी प्रोसीडिंग कंडक्ट कर रही है जो कि एविडेंस नू रिकॉर्ड करन दी है और जो कि ओथ ते हो सकती है, उन्होंने भी जुडिशियल प्रोसीडिंग्स किया जा सकता है। फॉर एग्जाम्पल सैक्शन 164 CRPC जिहदे विच court of magistrate has power to record the confessional as well as non-confessional statement, but herein it is not the confessional statement, it is the non-confessional statement जिहदे दौरान कोर्ट को पावर है to administer oath. that means कि confession च क्योंकि oath नू administer करन दी पावर नहीं है इसलिए ये नहीं, बट वो प्रोसीडिंग्स जिहड़ियां कि नॉन कन्फेशनल स्टेटमेंट्स नू रिकॉर्ड कीतियां जा रही हैं और वो ओथ ते रिकॉर्ड होंदियां हैं, दे आर जुडिशियल प्रोसीडिंग्स। और सैक्शन 200 CRPC जदों कि कंप्लेंट केस से प्रोसीडिंग्स इनिशिएट होंदियां हैं, जदों कि पार्टीज और उन्हां दे विटनेसेस दी एग्जामिनेशन होंदी है जिहदे विच कोर्ट कोल पावर है कि वो एविडेंस नू ऑन ओथ रिकॉर्ड कर सकती है, वो भी जुडिशियल प्रोसीडिंग्स हन। हुण क्वेश्चन इज कि जुडिशियल प्रोसीडिंग्स नू इन्ना इंपॉर्टेंस क्यों दी गई है?
क्यों एक प्रोसीडिंग्स ਨੂੰ ਜੁਡੀਸ਼ੀਅਲ ਪ੍ਰੋਸੀਡਿੰਗਸ ਦੀ ਤਰ੍ਹਾਂ ਬ੍ਰਾਂਡ ਕੀਤਾ ਗਿਆ ਹੈ, ਕਲਾਸੀਫਾਈ ਕੀਤਾ ਗਿਆ ਹੈ। ਦੇਖੋ ਇਹਦਾ ਸਿੰਪਲ ਜਿਹਾ ਪਰਪਸ ਇਹ ਹੈ ਕਿ ਕਿਉਂਕਿ ਕੋਰਟ ਅੱਗੇ ਜੋ ਵੀ ਕਾਰਵਾਈ ਹੋ ਰਹੀ ਹੈ ਉਹਦੇ ਬਹੁਤ ਹੀ ਸੀਰੀਅਸ ਕੰਸੀਕੁਐਂਸਿਸ ਹੋਣਗੇ, ਉਹ ਬਹੁਤ ਹੀ ਰੈਲੇਵੈਂਟ ਔਰ ਬਹੁਤ ਕ੍ਰੂਸ਼ਲ ਪ੍ਰੋਸੀਡਿੰਗਸ ਹੋ ਰਹੀਆਂ ਹਨ। ਇਸ ਲਈ ਇਹ ਵੀ ਲੀਗਲੀ ਐਕਸਪੈਕਟ ਕਰਨਾ ਜ਼ਰੂਰੀ ਹੈ ਕਿ ਜੋ ਵੀ ਪਰਸਨ ਇਸ ਕੋਰਟ ਦੀ ਕਾਰਵਾਈ ਦੇ ਵਿੱਚ ਕੋਈ ਬਿਆਨ ਦੇ ਰਿਹਾ ਹੈ, ਕੋਈ ਐਵੀਡੈਂਸ ਟੈਂਡਰ ਕਰ ਰਿਹਾ ਹੈ, ਉਹ ਟਰੂ ਐਂਡ ਵੋਲੰਟਰੀ ਹੋਣਾ ਚਾਹੀਦਾ ਹੈ। ਕਿਉਂਕਿ ਅਗਰ ਕੋਰਟ ਦੀ ਕਾਰਵਾਈ ਦੇ ਵਿੱਚ ਕੋਈ ਵੀ ਪਰਸਨ ਆ ਕੇ ਕੋਈ ਵੀ ਬਿਆਨ ਦੇ ਦੇ ਔਰ ਉਹਦੀ ਅਗਰ ਸੈਂਕਟਿਟੀ ਜਿਹੜੀ ਹੈ ਉਹ ਡਾਊਟਫੁਲ ਹੀ ਰਵੇ, दैट मीन्स कि कोर्ट नूं भी उस बयान ते, उस एविडेंस ते, उस टेस्टिमनी ते रिलाई अपॉन करने विच बहुत प्रॉब्लम आएगी। देयरफॉर जुडिशियल प्रोसीडिंग्स दा जो ऑब्जेक्टिव है दैट इज टू इंश्योर द सैंक्टिटी ऑफ द प्रोसीडिंग्स बिफोर द कोर्ट एज वेल एज ये इंश्योर करना कि कोर्ट दे विच जो भी कोई एविडेंस या कोई स्टेटमेंट कोई टेस्टिमनी आ रही है वो सच्ची होनी चाहिए है। क्यों? क्योंकि जुडिशियल प्रोसीडिंग्स के दौरान अगर कोई भी पर्सन झूठा बयान दे रहा है, झूठा एविडेंस दे रहा है, एविडेंस को फैब्रिकेट कर रहा है, दैट मीन्स कि वो एक सैपरेट ऑफेंस के लिए लायबल होएगा, वो एक क्रिमिनल प्रोसीक्यूशन के लिए लायबल होएगा। इसलिए अलग तो प्रोसीडिंग्स नूं जुडिशियल प्रोसीडिंग्स की तरह कैटेगराइज किया गया। सो ਇਹਦਾ concept ਦਾ purpose ਕੀ ਹੈ? to ensure and maintain the sanctity of the proceedings before the court or magistrate। ਔਰ ਇਸ ਚੀਜ਼ ਦੇ ਨਾਲ ਇਹ ਇੰਸ਼ੋਰ ਕੀਤਾ ਜਾਵੇ ਕਿ ਜੋ ਵੀ ਸਟੇਟਮੈਂਟ ਜੋ ਵੀ ਐਵੀਡੈਂਸ ਆ ਰਿਹਾ ਉਹ ਟਰੂ ਐਂਡ ਵੋਲੰਟਰੀਲੀ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਹੁਣ ਇੱਕ ਕਈ ਵਾਰ क्वेश्चन आना है कि सारिया प्रोसीडिंग्स कोर्ट दे विच जेहड़ियां हो रही हैं वो जुडिशियल प्रोसीडिंग्स हैं। इहदे बारे ध्यान नाल याद रखना कि प्रोसीडिंग्स इन कोर्ट एक अलग कॉन्सेप्ट है और जुडिशियल प्रोसीडिंग्स एक अलग कॉन्सेप्ट है। विच मीन्स समझने वाली गल है कि कोर्ट दे दौरान, कोर्ट दी कार्रवाई दे दौरान कोर्ट द्वारा बहुत सारिया प्रोसीडिंग्स कंडक्ट कीतियां जांदियां हन, बट असी सारिया दियां सारिया प्रोसीडिंग्स नूं जुडिशियल प्रोसीडिंग कंसीडर नहीं कर सकते। असी उन्हां ही प्रोसीडिंग्स नूं जुडिशियल प्रोसीडिंग कंसीडर कर सकते हाँ जिहदे दौरान कोर्ट हैज पावर नंबर 1 टू रिकॉर्ड एविडेंस, नंबर 2 टू रिकॉर्ड एविडेंस ऑन ओथ। So all proceedings are not judicial proceedings, but only those proceedings in the court are judicial proceeding in the course of which evidence is or may be legally taken on oath। ਇਹਦੇ ਬਾਰੇ ਬਹੁਤ ਸਾਰੇ ਲੈਂਡਮਾਰਕ ਕੇਸਿਸ ਹਨ, ਜਿਵੇਂ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਸੈਕਸ਼ਨ 195 ਕਲੌਜ਼ 195 ਕਲੌਜ਼ 1B सब क्लॉज बी फिर 1 ਨੂੰ जुडिशियल प्रोसीडिंग क्लासीफाई ਕੀਤਾ ਸੀ। ठीक है, एक डिफरेंट कंसेप्ट है जो कि ਆਪਾਂ डिटेल टॉपिक ਦੇ ਵਿੱਚ डिस्कस ਕਰਾਂਗੇ एट लेंथ। ਹੁਣ ਅੱਗੇ टेस्ट टू डिटरमाइन कि किवें पता चले कि ये प्रोसीडिंग्स जुडिशियल प्रोसीडिंग्स हैं या नहीं। सो पहला तो है रिकॉर्ड द एविडेंस, ठीक है जी, रिकॉर्डिंग ऑफ एविडेंस, और दूसरा है ऑन ओथ। ये लिटमस टेस्ट है। This test has to be applied in order to determine whether the proceedings are judicial or not। ਹੁਣ देखो ये जरूरी नहीं है कि कोर्ट ओथ एडमिनिस्टर करे, बिकॉज जिवें आपां गल कीती सी सैक्शन 164 ਦੇ ਵਿੱਚ ਜਦੋਂ नॉन कन्फेशनल स्टेटमेंट्स रिकॉर्ड ਹੁੰਦੀਆਂ ਹਨ ਉੱਥੇ वर्डिंग है the power, the court had power to administer oath, but it is not necessary that the oath is administered। ठीक है जी। नेक्स्ट हुन सवाल यह है कि जुडिशियल प्रोसीडिंग्स सिर्फ जुडिशियल अथॉरिटीज ही कंडक्ट कर सकदियां हन। सो इहदे च देखण वाली गल यह है कि हाँ आम तौर ते दा जुडिशियल प्रोसीडिंग सिर्फ जुडिशियल अथॉरिटीज ही कंडक्ट कर सकदियां हन, बट अगर आपां टेक्निकली देखिए
सो वो सारिया अथॉरिटीज वैदर दे आर कॉजी जुडिशियल और एडमिनिस्ट्रेटिव, अगर वो अपनी कार्रवाई के दौरान अगर वो अपने जो उन्होंने कोल पावर्स हैं उन्होंने एक्सरसाइज करने के दौरान अगर वो एविडेंस रिकॉर्ड कर सकती हैं और एविडेंस ਨੂੰ रिकॉर्ड करने के लिए अगर वो ओथ एडमिनिस्ट्रेट कर सकते हैं तो उन्होंने सारिया अथॉरिटीज की प्रोसीडिंग्स ਨੂੰ जुडिशियल प्रोसीडिंग्स भी कैटेगराइज किया जा सकता है। फॉर एग्जाम्पल अगर आप डिस्कस करिए कलैक्टर की पावर, जो कलैक्टर लैंड एक्विजिशन एक्ट के अंडर काम करता है अपनी पावर एक्सरसाइज करता है, ही हैज पावर टू रिकॉर्ड द एविडेंस एंड फॉर दैट मैटर ही हैज पावर टू एडमिनिस्टर ओथ। पहली गल। दूसरी गल, कुछ एग्जीक्यूटिव मैजिस्ट्रेट्स भी कुछ इदा दी प्रोसीडिंग्स कंडक्ट करते हैं जिहदे विच उन्हां कोल एविडेंस रिकॉर्ड करने की पावर भी है और ओथ एडमिनिस्ट्रेट करवाने की भी पावर है। सो इन दैट केस इवन एग्जीक्यूटिव मैजिस्ट्रेट्स भी वो प्रोसीडिंग्स कंडक्ट कर रहे हैं जो कि टैक्नीकली जुडिशियल प्रोसीडिंग्स की डेफिनेशन के अंडर आती हैं। बट हाँ, एक जनरलाइज्ड आम तौर पर अगर आप देखिए तो जुडिशियल प्रोसीडिंग्स का कनैक्शन जिहड़ा है वो सिर्फ जुडिशियल अथॉरिटीज के नाल हुंदा है। बट अगर जिहड़ा टेस्ट की आप गल कर रहे हैं अगर वो टेस्ट अप्लाई किया जाए एंड देन वी कम टू द कंक्लूजन कि होर भी इदां दी अथॉरिटीज हैं जिहड़ियां कि जुडिशियल प्रोसीडिंग कंडक्ट कर सकती हैं, सो उन्होंने भी आपां ये समझ सकते हैं कि दीज आर द अथॉरिटीज हु आर एम्पावर्ड टू कंडक्ट जुडिशियल प्रोसीडिंग्स। ठीक है जी। नेक्स्ट हुण नेक्स्ट क्वेश्चन ये है कि जुडिशियल प्रोसीडिंग्स क्रिमिनल कोर्ट कंडक्ट कर सकती है या सिविल कोर्ट भी जुडिशियल प्रोसीडिंग कंडक्ट कर सकती है। दिस इज वेरी इंपॉर्टेंट क्वेश्चन। ये एक बार पेपर दे विच भी क्वेश्चन आया होया है कि जुडिशियल प्रोसीडिंग केड़ी कोर्ट कर सकती है। तो पॉइंट टू रिमेंबर, जुडिशियल प्रोसीडिंग्स क्रिमिनल कोर्ट एज वेल एज सिविल कोर्ट दोनों कोर्ट जिहड़ियां है एक प्रोसीडिंग्स कंडक्ट कर सकती हैं बिकॉज दोनों कोर्ट्स के कोल बाय लॉ पावर है एविडेंस रिकॉर्ड करने के लिए ऑन ओथ। देयरफॉर द जुडिशियल प्रोसीडिंग्स, the concept of judicial proceedings is not confined only to the proceeding before criminal courts. Next, ਹੁਣ एक लैंडमार्क केस है भारत बैंक वर्सिस इंप्लॉयज ऑफ भारत बैंक सुप्रीम कोर्ट। ਇਹਦੇ ਵਿੱਚ ਸੁਪਰੀਮ ਕੋਰਟ ਨੇ ਕੈਟੇਗਰੀਕਲੀ ਜੁਡੀਸ਼ੀਅਲ ਪ੍ਰੋਸੀਡਿੰਗ ਦੇ ਕਨਸੈਪਟ ਨੂੰ ਐਕਸਪਲੇਨ ਕੀਤਾ ਸੀ ਔਰ ਕੁਝ ਇਲਸਟ੍ਰੇਸ਼ਨਸ ਦੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ that these proceedings are judicial proceedings। ਸੋ ਆਪਾਂ ਨੂੰ ਪੇਪਰ ਦੇ ਵਿੱਚ ਐਜ਼ ਇਟ ਇਜ਼ ਇਹਨਾਂ ਪ੍ਰੋਸੀਡਿੰਗਸ ਦੇ ਉੱਪਰ ਵੀ ਕੁਐਸਚਨ ਆ ਸਕਦਾ ਹੈ। ਫॉर एग्जांपल प्रेजेंटेशन ऑफ केस बाय ईच पार्टी, डिटर्मिनेशन ऑफ क्वेश्चन ऑफ फैक्ट। क्वेश्चन ऑफ फैक्ट का की बेसिकली इंपॉर्टेंस है कि क्वेश्चन ऑफ फैक्ट इज ऑलवेज डिटर्मिन्ड ऑन द बेसिस ऑफ एविडेंस। सो एविडेंस आएगा। देन आर्गुमेंट्स बाय द पार्टीज ऑन क्वेश्चन ऑफ लॉ। हुण इन्हां आर्गुमेंट्स नूं सपोर्ट करन दे लई एविडेंस नूं ही अगे बेस बनाया जाएगा। नेक्स्ट, डिसीजन डिस्पोजिंग ऑफ द केस, जिहड़ा भी डिसीजन आएगा बिकॉज वो डिसीजन जिहड़ा है that shall be based on evidence। इसलिए disposal of the case दी जिहड़ी proceedings है उन्हां नूं भी judicial proceedings कहना गलत नहीं होएगा। नेक्स्ट एग्जाम्पल, एग्जाम्पल्स मैं बहुत सारे पेपर्स जो अज तक आए हैं उन्हां पेपर दे विच जिथे जिथे कोई क्वेश्चन आया है या कोर्ट दिया जिथे जिथे क्लैरिफिकेशंस हैं कि these proceedings are judicial or not, ਉਹਦੇ बेसिस ਤੇ सारी एग्जाम्पल्स हैं। सब तो पहला ਆਪਾਂ डिस्कस कर लेने हाँ कि जुडिशियल प्रोसीडिंग ਕਿਹੜੀਆਂ ਹਨ। सो लीगल प्रैक्टिशनर एक्ट ਦੇ ਅੰਡਰ ਜਿਹੜੇ प्रोसीडिंग्स हो रही हैं वो जुडिशियल प्रोसीडिंग हैं। फिर सेक्शन 144 सीआरपीसी मतलब एग्जीक्यूटिव मैजिस्ट्रेट जो प्रोसीडिंग कंडक्ट कर रहा है वो भी जुडिशियल प्रोसीडिंग्स हो सकती हैं। नेक्स्ट, इन्वेस्टिगेशन और इंक्वायरी अंडर 202, दिस इंक्वायरी इज डायरेक्टेड बाय जुडिशियल मैजिस्ट्रेट। ये इंक्वायरी जिहड़ी है या जिहड़ी ये इन्वेस्टिगेशन की गल हो रही है इट मे बी कंडक्टेड बाय एनी अथॉरिटी, चाहे वो कोर्ट भी हो सकती है या कोई अदर अथॉरिटी भी हो सकती है। सो वो भी जुडिशियल प्रोसीडिंग है। सो एग्जीक्यूशन ऑफ डिक्री, दिस इज वेरी इंपॉर्टेंट। एग्जीक्यूशन ऑफ डिक्री
ਜਦੋਂ ਸਿਵਲ ਕੋਰਟ ਡਿਕਰੀ ਪਾਸ ਕਰ ਦਿੰਦੀ ਹੈ ਉਸ ਤੋਂ ਬਾਅਦ ਜਦੋਂ ਐਗਜ਼ੀਕਿਊਟ ਕਰਵਾਉਣ ਦੇ ਲਈ ਜਿਹੜੇ ਪ੍ਰੋਸੀਡਿੰਗਸ ਇਨੀਸ਼ੀਏਟ ਕੀਤੀਆਂ ਜਾਂਦੀਆਂ ਹਨ ਉਹ ਵੀ ਜੁਡੀਸ਼ੀਅਲ ਪ੍ਰੋਸੀਡਿੰਗਸ ਹਨ ਬਿਕੋਜ਼ ਐਗਜ਼ੀਕਿਊਟਿੰਗ ਕੋਰਟ हैज power to record evidence ठीक है जी सो एग्जीक्यूटिंग प्रोसीडिंग्स आर आल्सो जुडिशियल प्रोसीडिंग हुण किहड़ियां प्रोसीडिंग्स जुडिशियल प्रोसीडिंग नहीं हन 161 ਦੀਆਂ प्रोसीडिंग्स सीआरपीसी ਦੇ ਵਿੱਚ जुडिशियल प्रोसीडिंग नहीं हन ਇਹ प्रोसीडिंग्स कौन कंडक्ट करता है पुलिस कंडक्ट करती है ये प्रोसीडिंग्स की हुंदा है स्टेटमेंट्स नू रिकॉर्ड किया जाता है और ये इन्वेस्टिगेशन दी स्टेज ते है देखो स्टेटमेंट नू रिकॉर्ड करना टेक्निकली जे तुसी इनू समझो आम तौर ते तां समझदे कि 161 स्टेटमेंट्स आर एविडेंस तो 161 statements shall be used as evidence if they are produced before the court at the relevant stage but merely recording of statement is not recording of evidence yes it is a collection of evidence but it is not the recording of evidence by the competent authority इसलिए इस चीज को याद रखना कि this is just collection of evidence not recording of evidence next grant of sanction by the court ਹੁਣ ਬਹੁਤ ਸਾਰੇ ਇਦਾਂ ਦੀ ਪ੍ਰੋਵੀਜ਼ਨਸ ਹਨ ਜਿੱਥੇ ਕੋਰਟ ਅਗਰ ਕਿਸੇ ਪਬਲਿਕ ਸਰਵੈਂਟ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਹੈ ਤੇ ਪ੍ਰੀਵੀਅਸ ਸੈਂਕਸ਼ਨ ਦੀ ਜ਼ਰੂਰਤ ਹੈ ਫॉर एग्जांपल ਸੈਕਸ਼ਨ 196 197 ਹੋਰ ਬਹੁਤ ਸਾਰੀ ਪ੍ਰੋਵੀਜ਼ਨ ਹੈ ਪੀਸੀ ਐਕਟ ਦੇ ਅੰਡਰ ਵੀ ਹੈ ਜਿੱਥੇ ਗਵਰਨਮੈਂਟ ਪ੍ਰੀਵੀਅਸ ਸੈਂਕਸ਼ਨ ਗ੍ਰਾਂਟ ਕਰੇਗੀ ਨਾਓ ਦ ਕੁਐਸਚਨ ਇਜ਼ ਕਿ ਉਹ ਗਵਰਨਮੈਂਟ ਦੀਆਂ ਪ੍ਰੋਸੀਡਿੰਗਸ ਜਦੋਂ ਗਵਰਨਮੈਂਟ ਇਹ ਡਿਸਾਈਡ ਕਰਦੀ ਹੈ whether the sanction is to be granted or not कि वो जुडिशियल प्रोसीडिंग्स हन या नहीं so the answer is no that proceedings is not judicial proceedings next departmental inquiry ਦੇ ਵਿੱਚ ਵੀ ਯਾਦ ਰੱਖਣਾ एविडेंस रिकॉर्ड हो सकता है बट इस एविडेंस ਨੂੰ ओथ ਤੇ रिकॉर्ड नहीं किया जा सकता therefore departmental proceedings are also not judicial proceeding ਹੁਣ ਲੀਗਲ ਸਿਗਨੀਫੀਕੈਂਸ ਆਪਾਂ ਸਮਝਦੇ ਹਾਂ ਜੁਡੀਸ਼ੀਅਲ ਪ੍ਰੋਸੀਡਿੰਗਸ ਦਾ ਠੀਕ ਹੈ ਜੀ ਲੀਗਲ ਸਿਗਨੀਫੀਕੈਂਸ ਇਹ ਹੈ ਸਭ ਤੋਂ ਪਹਿਲਾਂ ਤਾਂ ਕਿ ਦੇਖੋ ਜਿਹੜੀਆਂ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਨਾ ਉਹਨਾਂ ਨੂੰ ਸਮਝਣ ਲਈ ਸੀਆਰਪੀਸੀ ਐਵੀਡੈਂਸ ਐਕਟ ਔਰ ਆਈਪੀਸੀ ਨੂੰ ਸਮਝਣਾ ਪਏਗਾ ਸਭ ਤੋਂ ਪਹਿਲਾਂ ਤਾਂ ਐਜ਼ ਵੀ ਹੈਵ ਡਿਸਕਸਡ ਕਿ ਜਿਹੜੀਆਂ ਵੀ ਪ੍ਰੋਸੀਡਿੰਗਸ ਇਨਕੁਆਇਰੀ ਦੀਆਂ ਹਨ ਜਿਹੜੀਆਂ ਵੀ ਟ੍ਰਾਇਲ ਦੀਆਂ ਪ੍ਰੋਸੀਡਿੰਗਸ ਹਨ ਉਹ ਜੁਡੀਸ਼ੀਅਲ ਪ੍ਰੋਸੀਡਿੰਗ ਹਨ ਔਰ ਇਨਕੁਆਇਰੀ ਔਰ ਟ੍ਰਾਇਲ ਜਿਹੜੀ ਹੈ ਇਟ ਇਜ਼ ਅ ਸਟੇਜ ਜੋ ਕਿ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਸੀਆਰਪੀਸੀ ਦੇ ਅੰਡਰ ਕੰਡਕਟ ਹੁੰਦੀਆਂ ਹਨ ਜੋ ਕਿ ਸੀਆਰਪੀਸੀ ਦੇ ਰੂਲਸ ਆਫ ਪ੍ਰੋਸੀਜਰ ਨੂੰ ਫੋਲੋ ਕਰਕੇ ਹੀ ਇਨਕੁਆਇਰੀ ਔਰ ਟ੍ਰਾਇਲ ਦੀ ਪ੍ਰੋਸੀਡਿੰਗਸ ਕੰਡਕਟ ਕੀਤੀਆਂ ਜਾਂਦੀਆਂ ਹਨ ਸੋ ਸੀਆਰਪੀਸੀ ਦਾ जो कि जुडिशियल प्रोसीडिंग के नाल कनेक्शन ये है कि एक तो जुडिशियल प्रोसीडिंग डिफाइंड है दूसरा सीआरपीसी के रूल्स ऑफ प्रोसीजर के अकॉर्डिंग ही इंक्वायरी और ट्रायल कंडक्ट हो रहा है जो कि इन इटसेल्फ जुडिशियल प्रोसीडिंग्स है नेक्स्ट क्योंकि एविडेंस एक्ट का रिलेशनशिप डिस्कस करते हैं क्योंकि लिटमस टेस्ट है एविडेंस रिकॉर्ड करना ਹੁਣ ਜਿਹੜੀ ਟਰਮ ਐਵੀਡੈਂਸ ਹੈ ਉਹ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ ਡਿਫਾਈਨਡ ਹੈ ਸੈਕਸ਼ਨ 3 ਦੇ ਅੰਡਰ ਔਰ ਉਹ ਕੋਈ ਵੀ ਐਵੀਡੈਂਸ ਹੋ ਸਕਦਾ ਹੈ ਇਟ ਮੇ ਬੀ ਅ ਡਾਕੂਮੈਂਟਰੀ ਐਵੀਡੈਂਸ ਔਰ ਓਰਲ ਐਵੀਡੈਂਸ ਦੈਟ ਮੀਨਸ ਕਿ ਜਦੋਂ ਵੀ ਸੀਆਰਪੀਸੀ ਦੀਆਂ ਪ੍ਰੋਸੀਡਿੰਗਸ ਰੂਲਸ ਆਫ ਪ੍ਰੋਸੀਜਰ ਨੂੰ ਫੋਲੋ ਕਰਕੇ ਪ੍ਰੋਸੀਡਿੰਗਸ ਕੰਡਕਟ ਹੋ ਰਹੀਆਂ ਹਨ ਔਰ ਉਹਦੇ ਵਿੱਚ ਐਵੀਡੈਂਸ ਰਿਕਾਰਡ ਹੋ ਰਿਹਾ ਹੈ ਐਵੀਡੈਂਸ ਉਹ ਜੋ ਕਿ ਇੰਡੀਅਨ ਐਵੀਡੈਂਸ ਦੇ ਵਿੱਚ ਸੈਕਸ਼ਨ 3 ਦੇ ਵਿੱਚ ਡਿਫਾਈਨਡ ਹੈ एविडेंस जो कि डॉक्यूमेंटरी भी हो सकता है ओरल भी हो सकता है और ਇਹਦੇ ਵਿੱਚ ਕਈ ਵਾਰ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਐਫੀਡੇਵਿਟਸ ਵੀ ਕੀ ਐਵੀਡੈਂਸ ਹਨ ਔਰ ਆਨਸਰ ਇਜ਼ ਐਫੀਡੇਵਿਟਸ ਆਰ ਨਾਟ ਜਨਰਲੀ ਐਵੀਡੈਂਸ ਕਿਉਂਕਿ ਐਫੀਡੇਵਿਟ ਦਾ ਕਨੈਕਸ਼ਨ ਇਸ ਲਈ ਬਿਕੋਜ਼ ਐਫੀਡੇਵਿਟ ਜਿਹੜੇ ਉਹ ਓਥ ਤੇ ਹੁੰਦੇ ਹਨ ਸੋ ਅਗਰ ਆਪਾਂ ਨੂੰ ਇਹ ਪਤਾ ਲੱਗਦਾ ਕਿ ਓਥ ਤੇ ਹੈ ਔਰ ਕੀ ਉਹਨਾਂ ਨੂੰ ਐਵੀਡੈਂਸ ਦੇ ਤੌਰ ਤੇ ਕੋਰਟ 'ਚ ਟੈਂਡਰ ਕੀਤਾ ਜਾ ਰਿਹਾ ਹੈ ਸੋ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਜੋ ਵੀ ਐਫੀਡੇਵਿਟ ਔਨ ਓਥ ਕੋਰਟ ਦੇ ਵਿੱਚ ਟੈਂਡਰ ਕੀਤੇ ਜਾ ਰਹੇ ਹਨ ਉਸ ਐਵੀਡੈਂਸ ਉਸ ਐਫੀਡੇਵਿਟ ਨੂੰ ਜੋ ਕੋਰਟ ਐਕਸੈਪਟ ਕਰ ਰਹੀ ਹੈ that is nothing but judicial proceeding but generally affidavits are not evidence लेकिन exceptionally affidavits ਜਿਹੜੇ ਹੈ ਉਹ evidence ਬਣ ਸਕਦੇ ਹਨ ਦੋ ਕੇਸਿਸ ਦੇ ਵਿੱਚ ਕਦੋਂ
ਜਾਂ ਤਾਂ ਲਾਅ ਦੇ ਵਿੱਚ ਇਹ ਚੀਜ਼ ਪ੍ਰਿਸਕ੍ਰਾਈਬ ਕੀਤੀ ਹੋਵੇ, ਜਿਵੇਂ ਸੀਆਰਪੀਸੀ ਦੇ ਕੁਝ ਪ੍ਰੋਵੀਜ਼ਨਸ ਹੈ ਜਿੱਥੇ ਜ਼ਰੂਰੀ ਹੈ ਕਿ ਐਵੀਡੈਂਸ ਔਨ ओथ ही आएगा, दैट मीन्स एविडेंस ਜਿਹੜਾ ਹੈ ਉਹ ਐਫੀਡੇਵਿਟ ਤੇ ਆਏਗਾ। ਸੋ ਪਹਿਲੀ ਤਾਂ ਹੋਗੀ ਜੇ ਸਟੈਚੂਟ ਪ੍ਰੋਵਾਈਡ ਕਰਦਾ ਹੈ, ਦੂਸਰੀ ਜੋ ਕੋਰਟ ਆਰਡਰ ਕਰਦੀ ਹੈ। ਜਿਵੇਂ ਆਪਾਂ ਨੂੰ ਪਤਾ ਹੈ ਸੀਪੀਸੀ ਦੇ ਵਿੱਚ ਵੀ ਕੋਰਟ ਕੋਲ ਪਾਵਰ ਹੈ ਕਿ ਆਰਡਰ ਕਰ ਸਕਦੀ ਹੈ ਕਿ ਕਿਸੇ ਵੀ ਤੁਸੀਂ ਐਵੀਡੈਂਸ ਨੂੰ ਓਥ ਤੇ ਦਿਓ। ਸੋ ਇਨ दैट केस ਅਗਰ ਐਫੀਡੇਵਿਟ ਟੈਂਡਰ ਹੋ ਰਿਹਾ ਹੈ, ਸੋ ਉਹ ਐਫੀਡੇਵਿਟ ਕਿਉਂਕਿ ਓਥ ਤੇ ਆ ਰਿਹਾ ਹੈ, देयरफॉर ਉਸ ਐਫੀਡੇਵਿਟ ਨੂੰ टेकअप ਕਰਨ ਦੇ ਲਈ, ਉਸ ਐਫੀਡੇਵਿਟ ਨੂੰ ਐਕਸੈਪਟ ਕਰਨ ਦੇ ਲਈ, ਐਕਚੁਅਲ ਦੇ ਵਿੱਚ ਐਫੀਡੇਵਿਟ ਕੀ ਇੱਕ ਐਵੀਡੈਂਸ ਹੈ। ਸੋ ਉਹ ਪ੍ਰੋਸੀਡਿੰਗ ਵੀ ਜੁਡੀਸ਼ੀਅਲ ਪ੍ਰੋਸੀਡਿੰਗਸ ਹਨ, ਬਿਕੋਜ਼ ਦੇ ਰਿਜ਼ਲਟ ਇਨਟੂ ਜੁਡੀਸ਼ੀਅਲ ਪ੍ਰੋਸੀਡਿੰਗ, ਕਿਉਂਕਿ ਉਹ ਉਸ ਟੈਸਟ ਨੂੰ ਪਾਸ ਕਰਦੀਆਂ ਹਨ, ਉਸ ਲਿਟਮਸ ਟੈਸਟ ਨੂੰ, ਜੋ ਕਿ ਸੁਪਰੀਮ ਕੋਰਟ ਨੇ ਪਹਿਲਾਂ ਆਪਾਂ ਦੇ ਨਾਲ ਡਿਸਕਸ ਕੀਤਾ ਹੈ, ਜੋ ਕਿ ਆਪਾਂ ਨੂੰ ਇਸ ਡੈਫੀਨੇਸ਼ਨ ਤੋਂ ਵੀ ਪਤਾ ਚੱਲਦਾ ਹੈ। ਔਰ ਦੇਖੋ ओथ ਤੇ एफिडेविट आने का परपस की है, टू इंश्योर कि वो सच होना चाहिए है। लेकिन अगर ਆਪਾਂ ਇਹ ਸਮਝੀਏ ਕਿ ਕਿਸੇ ਵੀ ਪਰਸਨ ਨੇ, ਪਰਸਨ ਦਾ ਮਤਲਬ ਡੈਪੋਨੈਂਟ ਨੇ ਜਦੋਂ ਸਟੇਟਮੈਂਟ ਦਿੱਤੀ, ਡੈਪੋਨੈਂਟ ਕਿਹਨੂੰ ਕਿਹਾ ਜਾਂਦਾ, ਜੋ ਵੀ ਆਪਣੀ ਸਟੇਟਮੈਂਟ ਨੂੰ ਐਫੀਡੇਵਿਟ ਤੇ ਦੇ ਰਹੇ ਹਨ, ਡੈਪੋਨੈਂਟ ਬੋਲਦੇ ਹਨ। ਅਗਰ ਡੈਪੋਨੈਂਟ ਜੋ ਕਿ ਐਜ਼ ਅ ਮੈਟਰ ਆਫ ਲਾਅ ਹੀ ਵਾਜ਼ ਅੰਡਰ ਦੀ ਓਬਲੀਗੇਸ਼ਨ ਟੂ ਸਟੇਟ ਦਾ ਟਰੁਥ, ਅਗਰ ਉਹਨੇ ਸੱਚ ਨਾ ਬੋਲਿਆ, then फिर आईपीसी का रोल आता है। रोल की है, then he is liable to face criminal prosecution for the offence of perjury, जो कि डिफाइंड सेक्शन 191 ਦੇ ਵਿੱਚ ਹੈ and read with 193, ਜਿਹਦੀ की punishment भी which may extend to 7 years and fine। so ਇਹ judicial proceeding ਦਾ significance ਹੈ। ਇਹ ਸਾਰੇ ਕਨਸੈਪਟ ਨੂੰ ਡਿਸਕਸ ਕਰਨ ਤੋਂ ਬਾਅਦ ਦੇ ਵਿੱਚ ਵੀ ਕਮ ਟੂ ਨੋ ਕਿ ਜੁਡੀਸ਼ੀਅਲ ਪ੍ਰੋਸੀਡਿੰਗਸ ਜੋ ਹਨ ਉਹ ਬਹੁਤ ਹੀ ਇੰਪੋਰਟੈਂਟ ਹਨ ਔਰ ਉਹਨਾਂ ਦਾ ਪਰਪਸ ਕੀ ਹੈ। ਸੋ ਇਤੋਂ ਇੱਕ ਚੀਜ਼ ਹੋਰ ਪਤਾ ਚੱਲਦੀ ਹੈ ਕਿ all proceedings in court are not technically and legally judicial proceeding, but yes, the proceeding before the court, if they pass the test as we have already discussed, they can definitely be categorized as judicial proceeding। so ਇਹਦੇ ਨਾਲ ਹੀ ਆਪਣਾ judicial proceeding ਦਾ ਜਿਹੜਾ concept ਹੈ ਉਹ conclude ਹੁੰਦਾ ਹੈ। with this hope ਕਿ ਤੁਹਾਨੂੰ ਇਹ ਸਮਝ ਆਇਆ ਹੋਵੇਗਾ, because ਇਹਦੇ ਨਾਲ ਅੱਗੋਂ ਜਦੋਂ ਆਪਾਂ ਟ੍ਰਾਇਲ ਪ੍ਰੋਸੀਜਰ ਡਿਸਕਸ ਕਰਾਂਗੇ, ਇਹਦੇ ਨਾਲ ਜਦੋਂ ਆਪਾਂ ਲਾਅ ਆਫ ਐਵੀਡੈਂਸ ਦੇ ਬਹੁਤ ਸਾਰੇ ਰੂਲਸ ਡਿਸਕਸ ਕਰਾਂਗੇ, ਇਹਦੇ ਨਾਲ ਜਦੋਂ ਆਪਾਂ ਪਰਜੂਰੀ ਦਾ ਟੌਪਿਕ ਡਿਸਕਸ ਕਰਾਂਗੇ, ਉਹਦੇ ਨਾਲ ਤੁਹਾਨੂੰ ਹੋਰ ਕਲੈਰਿਟੀ ਹੋਏਗੀ, ਉਸ ਲਾਅ ਨੂੰ ਕਨਸੈਪਚੁਅਲੀ ਸਮਝਣ ਦੇ ਵਿੱਚ ਬਹੁਤ ਹੈਲਪ ਮਿਲੇਗੀ। ਠੀਕ ਹੈ ਜੀ। ਸੋ ਇਹਦੇ ਨਾਲ ਸੈਸ਼ਨ ਮੈਂ ਕੰਕਲੂਡ ਕਰਦਾ ਹਾਂ। ਥੈਂਕ ਯੂ ਵੈਰੀ ਮਚ।